ਅਸਲ ਚ ਗੁਰੂ ਉਹ ਹੁੰਦਾ ਵਾ ਜਿਸ ਨੂੰ ਤਕੀਆਂ ਦੇ ਨਾਲ, ਜਿਸ ਨੂੰ ਦਰਸ਼ਨ ਕਰਨ ਦੇ ਨਾਲ ਹੀ ਚਿੰਤਾ, ਝੋਰੇ, ਨਿੰਦਾ, ਚੁਗਲੀ, ਈਰਖਾ ਤੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਜਨਮ ਮਰਨ ਦਾ, ਇਹ ਖਤਮ ਹੋ ਜਾਵੇ। ਉਸ ਨੂੰ ਗੁਰੂ ਕਿਹਾ ਜਾ ਸਕਦਾ ਵਾ। ਜਿਸ ਨੂੰ ਤੱਕਣ ਦੇ ਨਾਲ, ਜਿਸ ਦੇ ਦਰਸ਼ਨ ਕਰਿਆ ਜਨਮ ਮਰਨ ਨਹੀਂ ਮਿਟਦਾ, ਉਸ ਨੂੰ ਗੁਰੂ ਨਹੀਂ ਕਿਹਾ ਜਾ ਸਕਦਾ। ਇੱਕ ਮਨ ਦੇ ਵਿੱਚ ਸ਼ੰਕਾ ਪੈਦਾ ਹੁੰਦੀ ਹੈ ਵੀ ਜਿਹੜਾ ਗੁਰੂ ਹੈ, ਜਿਸ ਨੂੰ ਤੱਕਣ ਦੇ ਨਾਲ ਹੀ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ, ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਤੱਕਣ ਦੇ ਨਾਲ ਜਿਹੜਾ ਜਨਮ ਮਰਨ ਦਾ ਦੁੱਖ ਕਿਉਂ ਨਹੀਂ ਮਿਟਦਾ, ਇਹ ਸਵਾਲ ਪੈਦਾ ਹੁੰਦਾ। ਅਸਲ 'ਚ ਪਹਿਲੀ ਗੱਲ ਤੇ ਸੰਸਾਰ ਦੇ ਵਿੱਚ ਗੁਰੂ ਨਹੀਂ ਹੁੰਦਾ। ਜਿਹੜਾ ਗੁਰੂ ਹੈ ਉਹ ਆਪ ਹੀ ਪਰਮੇਸ਼ਰ ਹੁੰਦਾ ਹੈ, ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ। ਸੰਸਾਰ ਦੇ ਅੰਦਰ ਤੇ ਭਗਤ ਆਉਂਦੇ ਹਨ, ਸੰਸਾਰ ਦੇ ਅੰਦਰ ਤੇ ਉਹਦੇ ਦੂਤ ਆਉਂਦੇ ਨੇ, ਜਿਹੜੇ ਉਸ ਦਾ ਕੋਈ ਸੁਨੇਹਾ ਲੈ ਕੇ ਆਉਂਦੇ ਹਨ ਅਤੇ ਉਹ ਸੁਨੇਹਾ ਜੋ ਉਹਦਾ ਉਪਦੇਸ਼ ਹੁੰਦਾ ਹੈ ਉਹ ਦੱਸ ਕਰਕੇ ਜਿਸ ਥਾਂ ਤੋਂ ਆਏ ਹੁੰਦੇ ਨੇ ਉਸ ਥਾਂ ਤੇ ਫੇਰ ਜਾ ਕੇ ਸਮਾ ਜਾਂਦੇ ਹਨ, ਉਸੇ ਥਾਂ ਤੇ ਚਲੇ ਜਾਂਦੇ ਨੇ। ਅਸਲ 'ਚ ਬਾਣੀ ਔਰ ਗੁਰਬਾਣੀ ਦੇ ਵਿੱਚ ਬਹੁਤ ਫਰਕ ਹੈ। ਅਸੀਂ ਅੱਜ ਬਾਣੀ ਤੇ ਗੁਰਬਾਣੀ ਨੂੰ ਇੱਕੋ ਹੀ ਸਮਝਿਆ ਹੋਇਆ ਵਾ। ਗੁਰੂ ਉਹ ਹੁੰਦਾ ਹੈ ਜਿਸ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ, ਸਰਬ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬੈਠਾ ਕੋਈ ਨਾਹੇ। ਜਿਹਦੇ ਹਿਰਦੇ ਦੇ ਵਿੱਚ ਸਾਰੇ ਸੰਸਾਰ ਦੀ ਚਿੰਤਾ ਹੁੰਦੀ ਹੈ, ਸਾਰੇ ਕਾਇਨਾਤ ਦੀ ਚਿੰਤਾ ਹੁੰਦੀ ਹੈ, ਇਸ ਨੂੰ ਇਹ ਪਦਾਰਥ ਦੇਣਾ ਹੈ, ਇਸ ਨੂੰ ਇਹ ਚੀਜ਼ ਦੇਣੀ ਹੈ, ਉਸ ਨੂੰ ਗੁਰੂ ਕਿਹਾ ਜਾ ਸਕਦਾ ਵਾ। ਜਿਹੜਾ ਪਹਿਲੀ ਪੌੜੀ ਜਦੋਂ 84 ਲੱਖ ਜੋਨਾਂ ਦੀ ਜਦੋਂ ਪਹਿਲੀ ਜੋਨ ਦੇ ਵਿੱਚ ਆਇਆ, ਉਹ ਜੋਨ ਤੋਂ ਲੈ ਕਰਕੇ ਇੱਕ ਇੱਕ ਪੌੜੀ ਕਰਕੇ, ਕਦੇ ਕੁੱਤੇ ਦੀ ਕਦੇ ਬਿੱਲੇ ਦੀ, ਸਾਰੀਆਂ ਜੋਨਾਂ ਚੜਾ ਕਰਕੇ ਜਿਹਨੇ ਆਖਰੀ ਪੌੜੀ ਤੇ ਲਿਆ ਕੇ ਅੱਜ ਸੁੱਟਿਆ ਵਾ। ਅੱਜ ਆਖਰੀ ਪੌੜੀ ਤੇ ਆਪਾਂ ਬੈਠੇ ਹੋਏ ਆ, ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਉਹਨਾਂ ਵਿੱਚ ਜਿਸ ਨੇ ਬੁੱਧੀ ਪੈਦਾ ਕੀਤੀ, ਗਿਆਨ ਵਾਲੀ ਡਿਵੈਲਪਮੈਂਟ ਕੀਤੀ, ਬੁੱਧੀ ਦੀ ਇੱਕ ਇੱਕ ਪੌੜੀ ਕਰਕੇ ਜਿਸ ਨੇ ਚੜਾਇਆ, ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਫਿਰ ਮਨ ਦੇ ਵਿੱਚ ਸਵਾਲ ਇੱਕ ਪੈਦਾ ਹੁੰਦਾ ਵੀ ਉਹ ਕਿਵੇਂ ਚੜ ਗਏ ਹਨ, ਜਿਹੜੀਆਂ ਇੰਨੀਆਂ ਜੋਨਾਂ ਕੱਟ ਕੇ ਜੀਵਾ ਜਿਸ ਜਿਹੜਾ ਹੈ ਜੋਨ ਦੇ ਵਿੱਚ ਆ ਕੇ ਕਿਵੇਂ ਬੈਠ ਗਿਆ ਵਾ। ਉਸ ਵੇਲੇ ਤੇ ਕੋਈ ਗਿਆਨ ਨਹੀਂ, ਕਿਉਂ ਉਹਨਾਂ ਜੀਵਾਂ ਦੇ ਅੰਦਰ ਜਿਹੜੀ ਬੁੱਧੀ ਬਹੁਤ ਘੱਟ ਹੈ। ਉਹ ਜੇ ਕੋਈ ਗੱਲ ਕਹਿ ਦਿੰਦੇ ਹਨ, ਪਰਮੇਸ਼ਰ ਦਾ ਭਾਣਾ ਮੰਨ ਕਰਕੇ ਆਪਣੀ ਜ਼ਿੰਦਗੀ ਕੱਟਦੇ ਹਨ, ਤੇ ਉਹਨਾਂ ਦਾ ਗਿਆਨ ਵੀ ਇੰਨਾ ਕੁ ਆ ਕਿ ਉਹ ਬਸ ਅਗਲੇ ਜਨਮ ਤੱਕ ਸੀਮਤ ਹੈ। ਜਿਵੇਂ ਇੱਕ ਬਿੱਲੀ ਹੈ, ਬਿੱਲੀ ਦਾ ਗਿਆਨ ਹੀ ਸਿਰਫ ਕੁੱਤੇ ਦੀ ਜੋਨ ਤੱਕ ਜਾਣਦਾ ਹੀ ਹੈ, ਬਸ ਇੰਨਾ ਵੀ ਗਿਆਨ ਹੈ, ਇਸ ਤੋਂ ਬਾਅਦ ਉਸ ਨੂੰ ਕੋਈ ਗਿਆਨ ਨਹੀਂ ਹੋ ਸਕਦਾ। ਅੱਜ ਆਖਰੀ ਪੌੜੀ ਤੇ ਜਦ ਜੀਵ ਬੈਠਾ, ਇਹਦੇ ਅੰਦਰ ਇੰਨੀਆਂ ਜਿਹੜੀਆਂ ਬਲਬਲੇ ਹਨ, ਬੁੱਧੀ ਇਸ ਦੀ ਇੰਨੀ ਜ਼ਿਆਦਾ ਡਿਵੈਲਪਮੈਂਟ ਹੈ, ਇਹ ਸੋਚਦਾ ਹੈ ਕਿ ਜਿਹੜਾ ਹੈ ਮੈਂ ਹੀ ਸਭ ਕੁਝ ਹਾਂ। ਪਿੱਛੇ ਜਿਹੜੀਆਂ ਦੋਨਾਂ ਦੀ ਜਿਹੜੀਆਂ ਪੂਰਤੀ ਅੱਗੇ ਦੋਨਾਂ ਤਾਂ ਆ ਗਈਆਂ ਹਨ, ਉਹਨਾਂ ਨੇ ਕਦੇ ਖਿਆਲ ਹੀ ਨਹੀਂ ਕੀਤਾ, ਉਹ ਪਹਾੜੇ ਦੇ ਵਿੱਚ ਚੱਲਦੀਆਂ ਆਈਆਂ ਸਨ, ਤਾਂ ਅੱਗੇ ਤੋਂ ਅੱਗੇ ਜਨਮ ਬਦਲੀ ਗਿਆ। ਅੱਜ ਆਖਰੀ ਪੌੜੀ ਤੇ ਬੈਠੇ, ਜਦੋਂ ਆਖਰੀ ਪੌੜੀ ਤੇ ਇਨਸਾਨ ਆ ਗਿਆ ਤੇ ਮਨ ਦੇ ਵਿੱਚ ਇੱਕ ਖਿਆਲਾਤ ਹੁੰਦਾ ਵੀ ਮੈਂ ਹੀ ਬਹੁਤ ਕੁਝ ਹਾਂ, ਮੈਂ ਹੀ ਸਭ ਕੁਝ ਕਰਨ ਵਾਲਾ। ਜਦੋਂ ਇਹ ਆਪਣੀ ਇਹ ਗੱਲ ਨੂੰ ਸੋਚਦਾ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਕਹਿਣ ਲੱਗੇ, ਜਦ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਦਾ। ਜਿਹੜੀ ਉਹਨਾਂ ਦੇ ਹਿਰਦੇ ਦੇ ਵਿੱਚ ਆਤਮਾ ਦੇ ਅੰਦਰ ਜਿਹੜੀ ਬੁੱਧੀ ਪੈਦਾ ਹੋਈ, ਜਿਸ ਆਤਮਿਕ ਖਿਆਲ ਨੇ ਉਹਨਾਂ ਨੂੰ ਇੱਕ ਇੱਕ ਜੋਨ ਜਿਹੜੀ ਹੈ ਅੱਗੇ ਵੱਲ ਵਧਾ ਦਿੱਤੀ, ਉਸ ਬਾਣੀ ਨੂੰ ਹੀ ਗੁਰੂ ਕਿਹਾ ਜਾਂਦਾ ਹੈ। ਅਸਲ 'ਚ ਜਿਹੜਾ ਗੁਰਬਾਣੀ ਦਾ ਪੂਰਾ ਸਿਧਾਂਤ ਹੈ ਸਿਰਫ ਇੱਕ ਪੌੜੀ ਤੱਕ ਸੀਮਤ ਹੈ, ਇਸ ਤੋਂ ਵੱਧ ਕੇ ਨਹੀਂ। ਜਿਸ ਪੌੜੀ ਦੇ ਵਿੱਚ ਅੱਜ ਆਪਾਂ ਬੈਠੇ ਹੋਏ ਹਾਂ, ਸਿਰਫ ਇੰਨੀ ਕੁ ਜਿਹੜਾ ਹੈ ਪੌੜੀ ਦੇ ਵਿੱਚ ਇਹ ਬਾਣੀ ਦਾ ਸਾਰਾ ਸਿਧਾਂਤ ਹੈ, ਤਿੰਨਾਂ ਲੋਕਾਂ ਦਾ ਗਿਆਨ ਹੈ। ਕਿਉਂ ਪਸ਼ੂਆਂ ਵਾਸਤੇ ਇਸ ਦਾ ਗਿਆਨ ਨਹੀਂ, ਪਸ਼ੂ ਇਸ ਭਾਸ਼ਾ ਨੂੰ ਸਮਝ ਨਹੀਂ ਸਕਦੇ।
ਇਹਦਾ ਮਤਲਬ ਇਹ ਗਿਆਨ ਸਿਰਫ ਇਨਸਾਨਾਂ ਵਾਸਤੇ ਬਣਿਆ ਹੋਇਆ ਹੈ, ਜਾਨਵਰਾਂ ਵਾਸਤੇ ਨਹੀਂ, ਪੇੜ ਪੌਦਿਆਂ ਵਾਸਤੇ ਨਹੀਂ। ਇੱਕ ਇੱਕ ਪੌੜੀ ਕਰਕੇ ਜਦੋਂ ਚੜਿਆ ਵਾ, ਜਿਸ ਨੇ ਇਸ ਨੂੰ ਚੜਾਇਆ ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਜੇ ਕੋਈ ਕਹੇ ਇਹ ਗਿਆਨ ਜਿਹੜਾ ਹੈ ਸਾਰਿਆਂ ਵਾਸਤੇ ਹੈ, ਫਿਰ ਤੇ ਜਾਨਵਰਾਂ ਨੂੰ ਵੀ ਇਹ ਗਿਆਨ ਸਮਝਣਾ ਚਾਹੀਦਾ, ਜਾਨਵਰ ਵੀ ਸਮਝਣ ਨਹੀਂ। ਉਹ ਹਾਲੇ ਇੱਕ ਪਹਿਲੀ ਪੌੜੀ ਤੋਂ ਚੜ੍ਹਨ ਲੱਗੇ ਨੇ, ਪਹਿਲੀ ਪੌੜੀ ਤੋਂ ਉਹਨਾਂ ਨੇ 84 ਲੱਖ ਜੋਨਾਂ ਕੱਟ ਕੇ ਆਖਰੀ ਜਿਹੜਾ ਹੈ ਸਟੇਜ ਤੇ ਆਉਣਾ ਵਾ। ਇਹ ਤੇ ਐਂ ਹੋਇਆ, ਆਪਾਂ ਪਹਿਲੀ ਜਮਾਤ ਦਾ ਜਿਹੜਾ ਵਿਦਿਆਰਥੀ ਹੈ ਉਹਨੂੰ 10ਵੀਂ ਦੀ ਵਿਦਿਆ ਪੜ੍ਹਾਉਣ ਲੱਗੇ ਹੋਏ। ਪਹਿਲੀ ਜਮਾਤ ਦਾ ਜਿਹੜਾ ਵਿਦਿਆਰਥੀ ਹੈ ਸਿਰਫ ਉਹ ਦੂਜੀ ਕਲਾਸ ਦੀਆਂ ਪਾਸ ਹੋ ਕੇ ਹੀ ਕਿਤਾਬਾਂ ਪੜ੍ਹ ਸਕਦਾ ਹੈ। ਜੇ ਉਹ ਕਹੀਏ ਆਪਾਂ 10ਵੀਂ ਦੀ ਜਿਹੜੀ ਹੈ ਪੜ੍ਹਾਈ ਕਰ ਲਵੇ, ਨਹੀਂ ਕਰ ਸਕਦਾ। ਇਸ ਤਰ੍ਹਾਂ ਉਹ ਜਿਹੜੀਆਂ ਜੋਨਾਂ ਹਨ ਉਹਨਾਂ ਦਾ ਗਿਆਨ ਹੀ ਇੰਨਾ ਕੁ ਹੈ, ਉਹ ਇੱਕ ਇੱਕ ਪੌੜੀ ਕਰਕੇ ਚੜ੍ਹਦੇ ਪਏ ਹਨ ਤੇ ਆਖਰੀ ਪੌੜੀ ਤੇ ਆ ਕੇ ਜਿੱਥੇ ਅੱਜ ਆਪਾਂ ਬੈਠੇ ਹੋਏ ਆ, ਇਹ ਇੱਥੇ ਆ ਕੇ ਉਪਰਾਵਾ। ਫਿਰ ਇਸ ਪੌੜੀ ਤੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਜਿਹੜਾ ਇਸ ਪੌੜੀ ਤੋਂ ਭਰਿਆ ਚੁੱਕਿਆ ਉਹ ਜਨਮਾਂ ਮਰਨਾਂ ਦੇ ਵਿੱਚ ਪਿਆ ਰਹੇਗਾ। ਜਿਹੜਾ ਇਹ ਆਪਣੇ ਹਿਰਦੇ ਦੇ ਵਿੱਚ ਗੱਲ ਲਿਆ ਲਈ ਜਿਸਨੇ ਕਿ ਮੇਰੇ ਅੰਦਰ ਕੋਈ ਬੁੱਧੀ ਹੈ, ਮੈਂ ਕੁਝ ਕਰ ਸਕਦਾ ਵਾਂ, ਤੇ ਸਤਿਗੁਰ ਕਹਿਣ ਲੱਗੇ ਜਦ ਇਹ ਜਾਣੈ ਮੈਂ ਕਿਛ ਕਰਤਾ, ਜਨਮ ਮਰਨ ਹੁੰਦਾ ਹੀ ਤਾਂ ਜਦ ਇਹ ਜਾਣਦਾ ਹੈ, ਉਦੋਂ ਹੀ ਗਰਭ ਦੇ ਵਿੱਚ ਪਾਣਾ ਪੈਂਦਾ ਹੈ। ਤੇ ਜਦ ਇਹ ਆਪਣੇ ਅੰਦਰੋਂ ਇਹ ਖਿਆਲ ਮਿਟਾ ਦਿੰਦਾ ਕਿ ਮੈਂ ਕੁਝ ਵੀ ਕਰਨ ਵਾਲਾ ਨਹੀਂ, ਕਿਉਂ ਜਿਹੜੇ ਮੇਰੇ ਹੱਥ ਪੈਰ ਚੱਲਦੇ ਪਏ ਹਨ, ਜਿਹੜੀ ਚੀਜ਼ ਮੇਰੇ ਅੰਦਰ ਸਾਹ ਲੈਂਦੀ ਪਈ ਹੈ, ਜਿਹੜੀ ਚੀਜ਼ ਮੇਰੇ ਅੰਦਰ ਬੋਲਦੀ ਪਈ ਹੈ, ਉਹ ਅਸਲ 'ਚ ਕੋਈ ਹੋਰ ਹੀ ਚੀਜ਼ ਹੈ। ਉਹਦੇ ਮੈਂ ਤੇ ਕੁਝ ਕਰਨ ਵਾਲਾ ਨਹੀਂ, ਉਹਦੇ ਪਰਮੇਸ਼ਰ ਦੀ ਇਹ ਖੇਡ ਹੈ, ਉਹੀ ਚਲਾਉਂਦਾ ਪਿਆ ਤਾਂ ਹੀ ਆਗਣਾ ਕਰਮ ਟੁੱਟਿਆ ਜਾਂਦਾ, ਉਹੀ ਬੁਲਾਉਂਦਾ ਹੈ ਤਾਂ ਹੀ ਬੋਲਿਆ ਜਾ ਸਕਦਾ ਹੈ, ਉਹ ਹੀ ਜਿਹੜਾ ਹੈ ਅੱਗੇ ਵੱਲ ਨੂੰ ਤੁਰਦਾ ਹੈ ਤਾਂ ਹੀ ਉਹ ਕੁਝ ਹੁੰਦਾ ਹੈ। ਜੇ ਉਹ ਸੁਣਦਾ ਹੈ ਉਹ ਹੀ ਸਭ ਕੁਝ ਕਰਨ ਵਾਲਾ ਹੈ। ਇਸ ਕਰਕੇ ਮੇਰੇ ਦੇਹ ਵਿੱਚ ਇੰਨੀ ਬੁੱਧੀ ਨਹੀਂ ਕਿ ਮੈਂ ਕੁਝ ਬੋਲ ਸਕਾਂ ਜਾਂ ਕੁਝ ਕਰ ਸਕਾਂ। ਸਭ ਕੁਝ ਹੀ ਆਪਣੇ ਆਪ ਬੁਲਾਉਣ ਵਾਲਾ ਹੈ। ਤਾਂ ਹੀ ਤੇ ਭਗਤਾਂ ਨੇ ਬਾਣੀ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਕੁਝ ਕਰਨ ਵਾਲੇ ਨਹੀਂ। ਜੋ ਅਸੀਂ ਅੱਜ ਇਹ ਗੁਰਬਾਣੀ ਦੇ ਵਿੱਚ ਲਿਖ ਕਰਕੇ ਗਏ ਆ, ਇਹ ਸਾਰਾ ਕੁਝ ਹੀ ਗੁਰਬਾਣੀ ਦਾ ਸਿਧਾਂਤ ਇਹ ਬੁਲਾਇਆ ਹੋਇਆ ਹੈ। ਇਹ ਹੁਕਮ ਅਸੀਂ ਨਹੀਂ ਜੇ ਕੀਤਾ, ਇਹ ਹੁਕਮ ਉਸ ਪਰਮੇਸ਼ਰ ਨੇ ਕੀਤਾ ਵਾ। ਅਸੀਂ ਤੇ ਦੱਸਣ ਵਾਸਤੇ ਸੰਸਾਰ ਦੇ ਵਿੱਚ ਆਏ। ਪਰ ਵੱਡੀ ਮੂਰਖਤਾ ਕੀ ਹੈ, ਜਾਂ ਕਹਿ ਕੇ ਗਿਆਨ ਤੋਂ ਜਿਹੜਾ ਹੈ ਉਹਨੇ ਹੋ ਕਰਕੇ ਬਾਝੇ ਹੋ ਕਰਕੇ ਸਿੱਖਾਂ ਦੇ ਮਨ ਦੇ ਵਿੱਚ ਵੀ ਅੱਜ ਇਹ ਖਿਆਲ ਆਇਆ ਕਿ ਜਿਸ ਰਾਜੇ ਨੇ, ਜਿਸ ਪਰਮੇਸ਼ਰ ਨੇ ਹੁਕਮ ਭੇਜਿਆ ਕਿਸੇ ਦੇ ਥਰੂ ਦੂਤ ਦੇ ਜ਼ਰੀਏ ਜਾਂ ਉਸ ਭਗਤ ਦੇ ਦਾਸ ਜਨ ਦੇ ਜ਼ਰੀਏ, ਉਹਨਾਂ ਨੂੰ ਹੀ ਅਸੀਂ ਪਰਮੇਸ਼ਰ ਮੰਨ ਕੇ ਬੈਠ ਗਏ। ਜੇ ਉਹਨਾਂ ਨੂੰ ਪਰਮੇਸ਼ਰ ਮੰਨਦੇ ਆ ਤੇ ਗੁਰਬਾਣੀ ਦੇ ਉਲਟ ਚਲੀ ਜਾਂਦੀ ਹੈ ਗੱਲ। ਭਗਤਾਂ ਨੇ ਗੁਰਬਾਣੀ ਦੇ ਵਿੱਚ ਆਪਣੇ ਆਪ ਨੂੰ ਜਨ ਨਾਨਕ ਕਹਿ ਕੇ ਉਚਾਰਿਆ ਹੈ। ਭਗਤਾਂ ਨੇ ਆਪਣੇ ਆਪ ਨੂੰ ਗੁਰਬਾਣੀ ਦੇ ਅੰਦਰ ਭਗਤ ਕਹਿ ਕੇ ਉਚਾਰਿਆ ਹੈ। ਭਗਤਾਂ ਨੇ ਆਪਣੇ ਆਪ ਨੂੰ ਦਾਸ ਕਹਿ ਕੇ ਉਚਾਰਿਆ ਹੈ। ਜੇ ਕੋਈ ਰਾਜੇ ਦਾ ਸੁਨੇਹਾ ਲੈ ਕਰਕੇ ਆਵੇ, ਉਸ ਦੂਤ ਨੂੰ ਅਸੀਂ ਸਮਝ ਲੱਗ ਜੇ ਕਿ ਇਹ ਜਿਹੜਾ ਰਾਜਾ ਹੈ, ਤੇ ਇਹ ਤੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈ। ਇਸ ਕਰਕੇ ਅੱਜ ਅਸੀਂ ਮੰਨਿਆ ਹੋਇਆ ਕਿ ਰਾਜੇ ਉਹਨਾਂ ਨੂੰ ਗੁਰੂ ਸਾਹਿਬਾਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਹਾਲਾਂਕਿ ਉਹ ਭਗਤ ਹਨ, ਉਹਨਾਂ ਨੂੰ ਪਰਮੇਸ਼ਰ ਮੰਨ ਕੇ ਬੈਠ ਗਿਆ। ਨਹੀਂ, ਗੁਰੂ ਜਿਹੜਾ ਸ਼ਬਦ ਹੁੰਦਾ ਹੈ ਸੰਸਾਰ ਦੇ ਵਿੱਚ ਲੱਗੇ ਨਹੀਂ ਸਕਦਾ। ਗੁਰੂ ਤੇ ਆਪ ਹੀ ਪਰਮੇਸ਼ਰ ਹੁੰਦਾ ਹੈ। ਇੱਥੇ ਤੇ ਆਉਣ ਵਾਲੇ ਭਗਤ ਹੁੰਦੇ ਹਨ, ਇੱਥੇ ਤੇ ਆਉਣ ਵਾਲੇ ਜਨ ਹੁੰਦੇ ਹਨ, ਇੱਥੇ ਤੇ ਆਉਣ ਵਾਲੇ ਦਾਸ ਹੁੰਦੇ ਹਨ। ਜੇ ਗੁਰੂ ਉਹਨਾਂ ਨੂੰ ਮੰਨ ਲਿਆ ਤੇ ਦਸਮ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਕਹਿੰਦੇ ਹਨ, ਜੋ ਮੁਝ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰਹਿ। ਦਸਮ ਪਾਤਸ਼ਾਹ ਜੀ ਦੀ ਆਪਣੀ ਬਾਣੀ ਹੈ। ਜਿਹੜਾ ਗੁਰੂ ਆਪਣੀ ਬਾਣੀ ਦੇ ਵਿੱਚ ਇਹ ਕਹਿੰਦਾ ਹੋਵੇ ਉਹਦੇ ਸਿੱਖ ਨਾ ਮੰਨਣ, ਤੇ ਫਿਰ ਇਸ ਤੋਂ ਵੱਡੀ ਮੂਰਖਤਾ ਵੀ ਕੁਝ ਵੀ ਨਹੀਂ ਹੋ ਸਕਦੀ। ਇਹਦਾ ਮਤਲਬ ਉਹ ਸਿੱਖਾਂ ਦੇ ਅੰਦਰ ਜਿਹੜੀ ਹੈ ਅੰਨੀ ਸ਼ਰਧਾ ਹੈ। ਉਹ ਸਿੱਖ ਕਿਤੇ ਨਾ ਕਿਤੇ ਗਿਆਨ ਤੋਂ ਛਿੜਕੇ ਹੋਏ ਹਨ। ਉਹਨਾਂ ਨੇ ਇਹ ਕੀ ਪੰਕਤੀ ਨਹੀਂ ਪੜ੍ਹੀ ਜਿਸ ਗੱਲ ਦੀ ਗੁਰੂ ਇੱਥੇ ਗੱਲ ਕਰਦਾ ਪਿਆ ਹੈ ਕਿ ਜੋ ਮੁਝ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰਹਿ। ਉਹਦੇ
अपनी बाणी दे विच इउं गल कहंदा पिया, मैं हूं परम पुरख को दासा, देखण आया जगत तमाशा। मैं ते भाई उस परम पुरख दा दास हां, मैनूं इस संसार दे विच भेजिया वा दास बना करके उसने, ते मैं ते जिहड़ा है इस संसार दे अंदर जिहड़ा खेड़ तमाशा देखण वास्ते आया हां। असल तो सानू पता ही नहीं, गुरबाणी के अंदर दो कैटागरियां जिहड़ियां गुरुआं दीयां आईयां हन। पहले ते गुरु जिहड़ा है वो हन कच्चे गुरुआं नूं भी गुरु कहा जाता है, जिहड़े अंधे भी हुंदे हन वो भी गुरु हुंदे ने, ते दूजा सच्चा गुरु आ गया। ते गरीब नवाज पातशाह जी ने अपनी बाणी दे विच पंक्तियां पईयां होईयां ने साडे कोल, सारा ही जिहड़ा है ਇਹਦਾ ਸਿਧਾਂਤ ਪਿਆ ਹੋਇਆ ਹੈ ਗੁਰੂ ਸ਼ਬਦ ਦਾ ਕਿ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਇਸ ਸੰਸਾਰ ਦੇ ਅੰਦਰ ਸਭ ਤੋਂ ਪਹਿਲੇ ਬਾਹਮਣ ਆਪਣੇ ਨਾਲ ਗੁਰੂ ਲਾਉਂਦਾ ਹੁੰਦਾ ਸੀ। ਬਾਹਮਣ ਗੁਰੂ ਹੈ ਜਗਤ ਦਾ ਭਗਤਨ ਕਾ ਗੁਰੂ ਨਾਹੀਂ। ਕਹਿਣ ਲੱਗੇ ਜਿਹੜਾ ਬਾਹਮਣ ਹੈ ਇਹੀ ਸੰਸਾਰ ਦਾ ਗੁਰੂ ਹੋ ਸਕਦਾ ਹੈ, ਪਰ ਭਗਤਾਂ ਦਾ ਕਦੇ ਗੁਰੂ ਨਹੀਂ ਬਣ ਸਕਦਾ। ਸੰਸਾਰ ਦੇ ਵਿੱਚ ਗੁਰੂ ਹੋ ਸਕਦੇ ਹਨ ਜਿਹੜੇ ਬਾਹਮਣ, ਪਰ ਭਗਤਾਂ ਦੇ ਗੁਰੂ ਨਹੀਂ ਬਣ ਸਕਦੇ। सब तो पहले जिहड़ा है गुरु शब्द पंडित ने लाया सी। पंडित इन्ना बदनाम हो चुकिया सी, भावे कितना भी शब्द पवित्र क्यों ना होवे, जिहड़ा शब्द बदनाम हो जावे लोग उस नूं लाउणा पसंद नहीं करते। क्यों गुरबाणी दे विच दास शब्द वरत्या, क्यों जिहड़ा जन शब्द वरत्या, क्यों है कुकर शब्द वरत्या, क्योंकि गुरु शब्द जिहड़ा बदनाम हो चुकिया सी। उस वेले पंडित ने ब्राह्मण दे प्रजा दा बहुत ज्यादा घाण कर दिता सी, जिस करके गुरु शब्द नहीं लाया। अज अपने नाम के नाल लोग राम दे ला लेते हैं, अपने पुत्रों का नाम रख लेते हैं, पर रावण नहीं रखते। सीता ते रख लेते हैं, पर जिहड़ी होलिका नहीं रखते, सुरूपनखा नहीं रखते। जिहड़े शब्द बदनाम होए हुंदे ने लोग उन्हां नूं अपने बच्चों के नाम या अपने नाम देना पसंद नहीं करते। इस करके गुरु शब्द बदनाम हो चुकिया सी। ये लंबी नजर है गुरु साहिबान ने जन दास शब्द वरत्या, ते गुरुआं दी दो कैटागरियां गुरबाणी दे विच आईयां ने। ते सतगुरु गरीब नवाज पातशाह जी कहण लगे, अंधे गुर ते मुक्त ना हुआ, वाहिगुरु कच्चे गुर ते मुक्त ना हुआ। जिहड़े कच्चे गुर तो मुक्त नहीं होया जा सकदा, जिहड़ा कच्चा गुरु है जिहड़ा पूर्ण ना होवे वो कदे भी मुक्त नहीं कर सकदा। इस करके अंधे भी गुरु हुंदे हन, पखंडी भी गुरु हुंदे हन संसार दे विच, ते दूजे हुंदे ने सच्चे गुरु जिन्हां दे दर्शन परछियां तो ही, जिन्हां दा ज्ञान लिया तो ही जन्म मरण दा दुख मिट जांदा है। हुण भगतां दी गुरबाणी दे विच जदों आपां पढ़दे हां, भगतां दी सिर्फ इक्को ही कैटागरी आई है, दूजी ते कैटागरी नहीं आई। भगत ते ओह हुंदे हन जिस नूं गुरबाणी ने कहा, जिहड़ी है मत हुंदे हुए इयाड़ा, ताण हुंदे हुए नताणा, अण हुंदे आप वडाए, कोई ऐसा भगत सदाए। जिहदे अंदर सब कुछ करन दी समर्था है, जिहड़ा है अपनी मत दे ओहदे ज्ञान इन्ना है, दुनिया दा सारा ज्ञान आके उस दी मत विच समा जावे। इन्ना ज्ञान उस दी जिहड़ा बुद्धि दे विच पिया है, विवेक बुद्ध दे विच, कि कोई भी ज्ञान उस तों पुछ लवे वो ज्ञान दे उत्तर देण वास्ते तैयार हो जांदा, उस नूं भगत कहा जाता है। इस संसार के अंदर भगत के बराबर कोई भी चीज नहीं। गुरु ते आप परमेश्वर है। पहली गल ते गुरु जन्म मरण नहीं लेता, और जन्म मरण के चक्करां विच नहीं पैंदा। इस दुनिया दे विच भगत है। संसार की कितनी भी कायनात है, सतगुरु गरीब नवाज पातशाह जी कह लगे भगत की कोई बराबरता नहीं कर सकता। पंडित सूर सतरपत दाता भगत बराबर और ना कोई। हुण पंडित दी भी गल कर दी, सूरमियां दी भी गल कर दी, राजियां दी भी गल कर दी, कह लगे पर भगत तो जिहड़ा है इस दे बराबर दुनिया दे विच कोई चीज नहीं। पर अज लड़ाइयां पईयां होईयां ने। रविदास जी कहते ने असीं गुरु लाना है, अपने मंदिरां दे पिछे लाई फिरदे हन। दूजे पासे जिहड़े हन सिख भी रौला पाउंदे ने कि जिहड़ा तुसीं भगतां दी वंड कर लई, गुरुआं दी वंड कर लई, भगतां दी उन्हां ने जिहड़ी वंड कर लई, सिखां दी वंड कर लई। हालांकि ये नहीं सोचा इस गुरबाणी दे विच बैठे हुए सारे ही भगत हन, सारे ही जन हन, सारे ही दास हन। उन्हां ने सारे ही गुरबाणी दे सिद्धांत दी
ਕੱਟੀ ਪੋਜ ਕਰਕੇ ਰੱਖ ਦਿੱਤੀ, ਸਾਰਿਆਂ ਨੂੰ ਵੱਖਰੇ ਵੱਖਰੇ ਕਰ ਦਿੱਤਾ। ਅੱਜ ਦੇ ਉਹ ਵੀ ਗੁਰੂ ਲੱਗਦੇ ਹਨ ਤੇ ਇਹਨਾਂ ਨੂੰ ਜਿਹੜਾ ਹੈ ਫਿਰ ਮਿਰਚਾਂ ਲੜਦੀਆਂ ਹਨ। ਕਿਉਂ? ਅਸਲ 'ਚ ਉਹ ਵੀ ਅੰਦਰੋਂ ਮੂਰਖ ਹਨ। ਉਹਨਾਂ ਨੂੰ ਪਤਾ ਨਹੀਂ ਕਿ ਗੁਰੂ ਦੇ ਸੰਸਾਰ ਦੇ ਅੰਦਰ ਬਾਹਮਣ ਹੁੰਦਾ ਹੈ, ਦੁਨੀਆ ਦੇ ਵਿੱਚ ਗੁਰੂ ਦੇ ਹੁੰਦਾ ਨਹੀਂ। ਸੰਸਾਰ ਦੇ ਅੰਦਰ ਦੇ ਭਗਤ ਹੁੰਦੇ ਹਨ। ਭਗਤ ਬਰਾਬਰ ਕੋਈ ਨਹੀਂ, ਇਸ ਕਰਕੇ ਸਭ ਤੋਂ ਵੱਡਾ ਸ਼ਬਦ ਸੰਸਾਰ ਦੇ ਅੰਦਰ ਭਗਤ ਹੈ। ਤੇ ਜਿਹੜੇ ਗੁਰੂ ਆਚਾਰਦੇ ਹਨ ਉਹ ਤੇ ਕਹਿ ਲਗੇ ਮੂਰਖ ਹਨ, ਉਹਨਾਂ ਨੂੰ ਅਜੇ ਗੁਰਬਾਣੀ ਦਾ ਪਤਾ ਹੀ ਕੱਖ ਨਹੀਂ। ਗੁਰੂ ਉਹ ਹੁੰਦਾ ਹੈ, ਇੱਕ ਬਿਜਲੀ ਦੀ ਨਿਆਈ ਹੁੰਦਾ ਹੈ। ਜਿਵੇਂ ਬਿਜਲੀ ਤੋਂ ਭਾਵੇਂ ਪੱਖਾ ਚਲਾ ਲਓ, ਭਾਵੇਂ ਉਸ ਤੋਂ ਪ੍ਰੈਸ ਗਰਮ ਕਰ ਲਓ, ਭਾਵੇਂ ਉਸ ਤੋਂ ਜਿਹੜਾ ਹੈ ਪਾਣੀ ਗਰਮ ਕਰ ਲਓ, ਭਾਵੇਂ ਉਸ ਦੇ ਨਾਲ ਕੋਈ ਵੀ ਚੀਜ਼ ਹੈ ਜਿਹੜੀ ਅਸੀਂ ਬਿਜਲੀ ਤੇ ਚੱਲਣ ਵਾਲੀ ਹੈ ਚਲਾ ਲਈਏ, ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਜੇ ਕੋਈ ਉਸ ਨੂੰ ਹੱਥ ਵੀ ਪਾ ਲਵੇ, ਜੇ ਉਸ ਬਿਜਲੀ ਨੂੰ ਜਿਹੜਾ ਹੈ ਬਿਜਲੀ ਦੇ ਅਨੁਸਾਰ ਜੇ ਕੋਈ ਨਾ ਹੋਵੇ ਤੇ ਉਹ ਬਿਜਲੀ ਹੈ ਜਿਹੜਾ ਖੂਨ ਵੀ ਚੂਸ ਲੈਂਦੀ ਹੈ, ਝਟਕੇ ਵੀ ਮਾਰਦੀ ਹੈ। ਗੁਰੂ ਉਹ ਹੁੰਦਾ ਹੈ ਜਿਸ ਦੀ ਮੱਤ ਦੇ ਵਿੱਚ ਸਾਰੀ ਕਾਇਨਾਤ ਦਾ ਗਿਆਨ ਹੋਵੇ ਤੇ ਉਹ ਸਾਰੇ ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੋਵੇ ਤੇ ਕਹਿਣ ਲੱਗੇ ਦੁਨੀਆ ਦਾ ਹਰ ਇੱਕ ਗਿਆਨ ਉਸ ਦੀ ਬੁੱਧੀ ਦੇ ਵਿੱਚੋਂ ਨਿਕਲਦਾ ਹੋਵੇ। ਕੋਈ ਵੀ ਭਾਵੇਂ ਡਾਕਟਰੀ ਦਾ ਗਿਆਨ ਹੈ, ਭਾਵੇਂ ਇੰਜੀਨੀਅਰਿੰਗ ਹਨ, ਭਾਵੇਂ ਕੋਈ ਵੀ ਸੰਸਾਰ ਦੇ ਅੰਦਰ ਗਿਆਨ ਹੈ, ਜਿਸ ਦੀ ਬੁੱਧੀ ਵਿੱਚ ਇੰਨਾ ਗਿਆਨ ਪਿਆ ਹੈ ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਜਿਹੜੀ ਬੁੱਧੀ ਦੇ ਅੰਦਰ ਤਿੰਨੇ ਲੋਕਾਂ ਦਾ ਗਿਆਨ ਹੈ, ਸੰਸਾਰੀ ਗਿਆਨ ਤੇ ਆ ਗਏ ਹੀ ਹੈ ਵਿੱਚ। ਇਸ ਕਰਕੇ ਜਿਸ ਦੀ ਬੁੱਧੀ ਦੇ ਵਿੱਚ ਇੰਨਾ ਗਿਆਨ ਨਹੀਂ ਉਸ ਨੂੰ ਗੁਰੂ ਨਹੀਂ ਕਿਹਾ ਜਾ ਸਕਦਾ। ਗੁਰੂ ਨਾਨਕ ਦਾ ਜਿਹੜਾ ਗਿਆਨ ਹੈ ਇਹ ਸਿਰਫ ਇਨਸਾਨਾਂ ਵਾਸਤੇ ਬਣਿਆ ਹੋਇਆ। ਉਹ ਇਸ ਸੰਸਾਰ ਦੇ ਅੰਦਰ ਜਿੰਨੇ ਵੀ ਜਿਹੜੇ ਹਨ ਜੀਵ ਨੇ ਵਿਸ਼ੀ ਵਿਕਾਰਾਂ ਦੇ ਵਿੱਚ ਪਾਪਾਂ ਦੇ ਵਿੱਚ ਪਏ ਹੋਏ ਸਨ, ਉਹਨਾਂ ਨੂੰ ਤਾਰਨ ਵਾਸਤੇ ਆਇਆ ਸੀ, ਉਹਨਾਂ ਨੂੰ ਮੁਕਤ ਕਰਨਾ ਚਾਹੁੰਦਾ ਸੀ। ਉਹ ਜਾਨਵਰਾਂ ਵਾਸਤੇ ਨਹੀਂ ਸੀ ਆਇਆ, ਉਹ ਇਨਸਾਨਾਂ ਨੂੰ ਹੀ ਗਿਆਨ ਦੇਣ ਵਾਸਤੇ ਆਇਆ ਸੀ। ਉਸ ਦਾ ਜਿਹੜਾ ਗਿਆਨ ਹੈ ਸਿਰਫ ਜਿਹੜਾ ਇਨਸਾਨਾਂ ਤੱਕ ਹੈ, ਪਰ ਜਿਹੜਾ ਗੁਰੂ ਦਾ ਗਿਆਨ ਹੁੰਦਾ ਹੈ ਉਹ ਸਾਰੀ ਕਾਇਨਾਤ ਵਾਸਤੇ ਹੁੰਦਾ ਹੈ। ਉਹ ਹਰ ਇੱਕ ਨੂੰ ਜਿਹੜਾ ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ, ਇੱਕ ਜੋਨ ਤੋਂ ਅਗਲੀ ਜੋਨ ਵਿੱਚ ਪਾਉਣ ਦੀ ਸਮਰੱਥਾ ਰੱਖਦਾ ਹੈ। ਜਿਹੜਾ ਉਹ ਬਾਣੀ ਦੇ ਵਿੱਚ ਕਹਿੰਦਾ ਹੈ ਨਾਨਕ ਚਿੰਤਾ ਮਤ ਕਰੋ। ਨਾਨਕ ਤੇ ਬੋਲਣ ਵਾਲਾ ਹੈ, ਤੇ ਨਾਨਕ ਥੋੜੀ ਕਹਿਣ ਲੱਗਿਆ ਵੀ ਚਿੰਤਾ ਮਤ ਕਰੋ। ਨਾਨਕ ਤੇ ਕਹਿੰਦਾ ਪਿਆ ਹੈ ਗੁਰਬਾਣੀ ਦੇ ਵਿੱਚ ਨਾਨਕ ਚਿੰਤਾ ਮਤ ਕਰੋ, ਹੈ ਨਾਨਕ ਚਿੰਤਾ ਮਤ ਕਰ। ਉਹ ਕਹਿਣ ਲੱਗੇ ਜਲ ਵਿੱਚ ਜੰਤ ਉਪਾਏ ਗਏ, ਤਿੰਨਾਂ ਪੀ ਰਿਜਕ ਦੇ ਉਹਦੇ ਜਲ ਦੇ ਵਿੱਚ ਜੰਤ ਉਪਾਏ ਜਿਹੜੇ ਪੈਦਾ ਕੀਤੇ ਹੋਏ ਜੀਵ ਹਨ ਉਹਨਾਂ ਨੂੰ ਵੀ ਰਿਜਕ ਦੇਣ ਵਾਲਾ ਨਾਨਕ ਦੇ ਆਖਦਾ ਪਿਆ ਹੈ। ਪਰ ਜੇ ਨਾਨਕ ਨੂੰ ਇਹ ਗੁਰੂ ਸਮਝ ਕੇ ਬੈਠ ਗਏ, ਨਾਨਕ ਨੂੰ ਇਹ ਕਹਿ ਦਿੱਤਾ ਕਿ ਇਹ ਪਰਮੇਸ਼ਰ ਹੈ, ਫਿਰ ਤੇ ਗੁਰਬਾਣੀ ਸਾਰੀ ਅਸੀਂ ਤੇ ਇੱਕ ਵਿਅਕਤੀਗਤ ਤੇ ਜਿਹੜੀਆਂ ਢੁਕਾ ਦਿੱਤੀ ਗੁਰਬਾਣੀ ਤੇ ਸਾਰੀ ਗਲਤ ਹੋ ਗਈ ਹੈ। ਸਾਡੀ ਮੱਤ ਸੋਚਦੀ ਹੈ ਕਿ ਨਾਨਕ ਗੁਰੂ ਹੈ, ਪਰ ਜਿਹਦੀ ਇਹ ਬਾਣੀ ਹੈ ਉਹ ਨਹੀਂ ਸੋਚਦਾ ਪਿਆ। ਉਹਦੇ ਆਪਣੇ ਆਪ ਨੂੰ ਦਾਸ ਕਹਿੰਦਾ ਪਿਆ, ਉਹਦੇ ਆਪਣੇ ਆਪ ਨੂੰ ਭਗਤ ਕਹਿੰਦਾ ਪਿਆ ਹੈ। ਜੇ ਨਾਨਕ ਨੂੰ ਗੁਰੂ ਕਹਿੰਦੇ ਹੋ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿਣ ਲੱਗੇ ਜੋ ਮੁਝ ਕੋ ਪਰਮੇਸ਼ਰ ਉਚਰਿਆ ਤੇ ਸਭ ਨਰਕ ਕੁੰਡ ਮੈਂ ਪਾਇਆ ਹੈ। ਇਹ ਵੀ ਭਗਤੀ ਨਾਲ ਹੀ ਪੜ ਲੈਣੀ ਸੀ। ਇਸ ਕਰਕੇ ਇਸ ਸੰਸਾਰ ਦੇ ਅੰਦਰ ਉਸ ਨੇ ਭਗਤ ਬਣਾ ਕਰਕੇ ਭੇਜਿਆ, ਇੱਕ ਦੂਤ ਭੇਜਿਆ ਹੈ। ਉਸ ਨੇ ਸੰਸਾਰ ਨੂੰ ਸੁਨੇਹਾ ਦਿੱਤਾ। ਉਹਦੇ ਆਪਣੀ ਬਾਣੀ ਦੇ ਵਿੱਚ ਇਹੋ ਕਹਿ ਲੱਗਿਆ ਹੋਇਆ ਹੈ, ਉਹ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਉਹਦੇ ਕਹਿੰਦਾ ਮੈਂ ਆਪਣਾ ਬੋਲ ਨਹੀਂ ਜਾਣਦਾ, ਮੇਰੀ ਤੇ ਬੁੱਧੀ ਦੇ ਵਿੱਚ ਜੋ ਉਸ ਨੇ ਗਿਆਨ ਕਰਵਾਇਆ ਮੈਂ ਉਹ ਸੰਸਾਰ ਦੇ ਵਿੱਚ ਦੱਸਣ ਲੱਗਿਆ ਹੋਇਆ, ਮੇਰਾ ਆਪਣਾ ਕੋਈ ਬੋਲ ਨਹੀਂ। ਕਿਤੇ ਲੋਕ ਇਹ ਸਮਝ ਪੈਣ ਕਿ ਨਾਨਕ ਨੇ ਕੁਝ ਕਿਹਾ ਹੈ, ਕਿਤੇ ਲੋਕ ਇਹ ਨਾ ਸਮਝ ਪੈਣ ਗੁਰੂ ਗੋਬਿੰਦ ਸਿੰਘ ਨੇ ਕੁਝ ਕਿਹਾ ਹੈ। ਨਹੀਂ, ਸਾਡਾ ਇਹ ਸੰਸਾਰ ਦੇ ਅੰਦਰ ਕੁਝ ਵੀ ਨਹੀਂ ਹੈ। ਸਭ ਕੁਝ ਜਿਹੋ ਜਿਹਾ ਗਿਆਨ ਪਰਮੇਸ਼ਰ ਨੇ ਸਾਡੇ ਹਿਰਦੇ ਦੇ ਵਿੱਚ ਪਾਇਆ, ਜਿਹੋ ਜੀ ਸਾਡੀ ਘਾਟ ਘੜ ਕੇ ਭੇਜਿਆ ਸੀ, ਅਸੀਂ ਇਹੋ ਜਿਹਾ ਗਿਆਨ ਸੰਸਾਰ ਨੂੰ ਦੇ ਦਿੱਤਾ। ਗਿਆਨ ਸਾਡਾ ਨਹੀਂ, ਉਹਦੇ ਪਰਮੇਸ਼ਰ ਦਾ ਹੀ ਹੈ। ਉਹਦੇ ਆਪਣੀ ਬਾਣੀ ਦੇ ਵਿੱਚ ਕਹਿਣ ਲੱਗਿਆ ਹੋਇਆ ਵੀ ਮੇਰਾ ਗਿਆਨ ਨਹੀਂ ਹੈ। ਤੇ ਜਿਹੜੇ ਇਹੋ ਕਹਿੰਦੇ ਹਨ ਕਿੱਡੇ ਵੱਡੇ ਮੂਰਖ ਲੋਕ ਨੇ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਕਰ ਰਾਖੀ ਮੇਰੀ, ਵੀ ਸਾਰਿਆਂ ਤੋਂ ਵੱਡਾ ਹੀ ਸਤਿਗੁਰੂ ਨਾਨਕ ਹੈ ਜਿਹਨੇ ਮੇਰੀ ਗੱਲ ਰੱਖੀ ਹੋਈ ਹੈ। ਕੀ ਉਹਨਾਂ ਨੂੰ ਸਿੱਖ ਕਿਹਾ ਜਾ ਸਕਦਾ ਜਿਹੜੇ ਗੁਰਬਾਣੀ ਦੇ ਉਲਟ ਇਹੋ ਜਿਹਾ ਪ੍ਰਚਾਰ ਕਰਦੇ ਹਨ? ਨਾਨਕ ਦੀ ਤੇ ਬਾਣੀ ਹੈ, ਉਹਦੇ ਕਹਿਣ ਲੱਗਿਆ
ਵੀ हे ਨਾਨਕ ਸਭ ਤੇ ਵੱਡਾ ਸਤਿਗੁਰ ਵੀ ਸਾਰਿਆਂ ਤੋਂ ਵੱਡਾ ਸਤਿਗੁਰੂ ਹੈ। ਇਸ ਗੁਰਬਾਣੀ ਦੇ ਵਿੱਚ ਜਿੰਨਾ ਵੀ ਗਿਆਨ ਪਿਆ ਹੈ ਇਹ ਸਾਰਿਆਂ ਤੋਂ ਵੱਡਾ ਹੈ। ਜਿਹੜਾ ਸਤਿਗੁਰ ਦਾ ਗਿਆਨ ਹੈ ਇਹ ਸਾਰਿਆਂ ਤੋਂ ਵੱਡਾ ਹੈ। ਨਾਨਕ ਜਿਨ ਕਲ ਰਾਖੀ ਮੇਰੀ, ਜਿਸ ਨੇ ਮੇਰੀ ਕਲ ਰੱਖੀ ਹੋਈ ਹੈ, ਨਾਨਕ ਦੇ ਆਖਦਾ ਪਿਆ ਹੈ। ਤੇ ਜਿਹੜੇ ਹਰ ਵੇਲੇ ਇਹ ਪ੍ਰਚਾਰ ਕਰਨ ਲੱਗੇ ਹੋਏ ਨੇ ਕਿ ਗੁਰੂ ਸਾਹਿਬ ਜਿਹੜਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਅਸਲ ਵਿੱਚ ਗੁਰੂ ਨਹੀਂ, ਇਸ ਵਿੱਚ ਜਿਹੜਾ ਗਿਆਨ ਛਿਪਿਆ ਹੋਇਆ ਹੈ, ਜਿਹੜਾ ਸ਼ਬਦ ਹੈ ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਗ੍ਰੰਥ ਨੂੰ ਗੁਰੂ ਨਹੀਂ ਕਿਹਾ ਜਾ ਸਕਦਾ। ਜਿਹੜਾ ਗ੍ਰੰਥ ਦੇ ਵਿੱਚ ਅੱਖਰ ਲਿਖੇ ਹੋਏ ਨੇ ਪਰ ਉਹਨਾਂ ਅੱਖਰਾਂ ਦੇ ਵਿੱਚ ਜਿਹੜਾ ਗਿਆਨ ਸਮਝ ਛਿਪੀ ਹੋਈ ਹੈ ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਜੇ ਅੱਖਰਾਂ ਨੂੰ ਹੀ ਗੁਰੂ ਮੰਨ ਕੇ ਬੈਠ ਕੇ ਕੀ ਮੁਕਤ ਹੋ ਜਾਵਾਂਗੇ? ਜੇ ਇਸ ਨੂੰ ਹੀ ਮੱਥੇ ਟੇਕੀ ਕੀਏ, ਇਸ ਨੂੰ ਸਮਝੀਏ ਨਾ, ਬੜੇ ਦਾ ਜਿਹੜਾ ਹੈ ਅਸੀਂ ਉਸ ਨੂੰ ਆ ਕੇ ਮੱਥੇ ਟੇਕੀ ਲਈਏ, ਗੱਲ ਉਹਦੀ ਕੁਝ ਸੁਣੀਏ ਨਾ, ਕੀ ਮੁਕਤ ਹੋਇਆ ਜਾ ਸਕਦਾ ਵਾ? ਇਸ ਕਰਕੇ ਜਿਹੜਾ ਹੈ ਗੁਰੂ ਸ਼ਬਦ ਸੰਸਾਰ ਦੇ ਵਿੱਚ ਨਹੀਂ ਜੇ ਲੱਗਦਾ। ਗੁਰੂ ਆਪ ਹੀ ਪਰਮੇਸ਼ਰ ਹੈ। ਗੁਰਬਾਣੀ ਦੇ ਵਿੱਚ ਇੰਨੀਆਂ ਪੰਕਤੀਆਂ ਪਈਆਂ ਹਨ ਕਿ ਜਿਹੜਾ ਹੈ ਗੁਰਬਾਣੀ ਦੇ ਆਪ ਕਹਿੰਦੀ ਪਈ ਹੈ ਕਿ ਇਹ ਸਾਰਾ ਗਿਆਨ ਪਰਮੇਸ਼ਰ ਦਾ ਹੈ, ਜਿਨ੍ਹਾਂ ਨੇ ਉਚਾਰਿਆ ਅਸੀਂ ਤੇ ਦਾਸ ਹਾਂ। ਕਿਤੇ ਸਾਨੂੰ ਹੀ ਪਰਮੇਸ਼ਰ ਸਮਝ ਕੇ ਨਾ ਬੈਠ ਜਾਇਓ। ਪਰ ਲੋਕ ਤੇ ਅੱਜ ਅੰਨੇ ਹੋਏ ਫਿਰਦੇ ਹਨ ਇੰਨੀ ਸ਼ਰਧਾ ਦੇ ਵਿੱਚ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ਬਦ ਹੈ ਉਹ ਭਗਤ ਹੁੰਦਾ ਹੈ। ਭਗਤ ਦੇ ਬਰਾਬਰ ਦੁਨੀਆ ਦੀ ਕੋਈ ਵੀ ਜਿਹੜੀ ਹੈ ਚੀਜ਼ ਸਾਹਮਣਾ ਨਹੀਂ ਕਰ ਸਕਦੀ, ਭਗਤ ਦੀ ਬਰਾਬਰੀ ਨਹੀਂ ਕਰ ਸਕਦੀ। ਫਿਰ ਵੀ ਗੁਰੂ ਲਾਲ ਲੱਗੇ ਹੋਏ ਨੇ ਤੇ ਕਹਿਣ ਲੱਗੇ ਗੁਰੂ ਤੇ ਉਹ ਹੁੰਦਾ ਹੈ ਜਦੋਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਕਿਹਾ ਸੋ ਕੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੁਣ ਜਿਹਦੇ ਦਰਸ਼ਨ ਪਰਸਨ ਦੇ ਨਾਲ ਹੀ, ਜਿਹਨੂੰ ਤੱਕਿਆਂ ਦੇ ਨਾਲ ਹੀ ਜਨਮ ਮਰਨ ਦਾ ਦੁੱਖ ਮਿਟ ਜਾਵੇ ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਜਿਸ ਦੇ ਤੱਕਣ ਦੇ ਨਾਲ ਜਨਮ ਮਰਨ ਦਾ ਜਿਹੜਾ ਹੈ ਗੇੜ ਨਾ ਕੱਟਿਆ ਜਾਵੇ ਉਸ ਨੂੰ ਗੁਰੂ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਅੱਖਰ ਗੁਰੂ ਨਹੀਂ ਹਨ। ਅੱਖਰਾਂ ਤੇ ਕਿਹਾ ਇਨ ਅੱਖਰ ਮੈਂ ਕੋਈ ਗੁਰਮੁਖ ਖੋਜਿਆ, ਇਹਨਾਂ ਅੱਖਰਾਂ ਦੇ ਵਿੱਚ ਤੋਂ ਖੋਜਣਾ ਹੈ। ਜਿਹੜੀ ਖੋਜੀ ਹੋਈ ਚੀਜ਼ ਹੈ ਉਹ ਹੀ ਗੁਰੂ ਹੈ। ਅੱਖਰ ਦੇਖਣ ਦਾ ਵਿਸ਼ਾ ਹਨ ਪਰ ਜਿਹੜਾ ਸ਼ਬਦ ਹੈ ਇਹ ਸਮਝਣ ਦਾ ਵਿਸ਼ਾ, ਸ਼ਬਦ ਹੈ ਇਹ ਸੁਣਨ ਦਾ ਵਿਸ਼ਾ ਹਨ। ਸ਼ਬਦ ਅਸੀਂ ਸੁਣ ਸਕਦੇ ਹਾਂ, ਹਿਰਦੇ ਦੇ ਵਿੱਚ ਵਸਾ ਸਕਦੇ ਹਾਂ, ਸਮਝ ਸਕਦੇ ਹਾਂ, ਪਰ ਅੱਖਰਾਂ ਨੂੰ ਸਿਰਫ ਅਸੀਂ ਦੇਖ ਸਕਦੇ ਹਾਂ। ਜਿਹੜੀ ਚੀਜ਼ ਅਸੀਂ ਸਮਝੀ ਹੈ ਅਧਿਆਪਕ ਨੇ ਕੁਝ ਜਿਹੜਾ ਬਲੈਕ ਬੋਰਡ ਤੇ ਲਿਖ ਦਿੱਤਾ, ਉਹ ਚੀਜ਼ ਅਸੀਂ ਸਮਝਣੀ ਹੈ ਨਾ ਕਿ ਉਸ ਵੱਲ ਦੇਖਣਾ ਹੈ। ਦੇਖਦੇ ਤੇ ਹਾਂ ਪਰ ਦੇਖਦੇ ਤਾਂ ਹਾਂ ਉਸ ਚੀਜ਼ ਨੂੰ ਸਮਝਣਾ ਵਾ, ਉਸ ਚੀਜ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਵਾ, ਤਾਂ ਹੀ ਉਹ ਜਿਹੜਾ ਹੈ ਸਮਝਿਆ ਹੋਇਆ ਪ੍ਰਵਾਨ ਹੈ। ਇਸ ਕਰਕੇ ਸ਼ਬਦ ਗੁਰੂ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਤਾਂ ਹੀ ਕਿਹਾ, ਕਹਿ ਲਗੇ ਜਿਹੜਾ ਹੈ ਗਿਆਨ ਗੁਰੂ ਆਤਮ ਉਪਦੇਸੋ, ਜਿਸ ਨੂੰ ਸ਼ਬਦ ਕਿਹਾ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ, ਉਸੇ ਨੂੰ ਗਿਆਨ ਗੁਰੂ ਕਲਗੀਧਰ ਪਾਤਸ਼ਾਹ ਨੇ ਦਸਵੀਂ ਬਾਣੀ ਦੇ ਵਿੱਚ ਕਹਿ ਦਿੱਤਾ। ਇਸ ਕਰਕੇ ਸੰਸਾਰ ਦੇ ਅੰਦਰ ਜਿਹੜਾ ਹੈ ਗੁਰੂ ਦੇ ਬਰਾਬਰ ਕੋਈ ਵੀ ਚੀਜ਼ ਨਹੀਂ ਹੈ। ਗੁਰੂ ਦਾ ਜਿਹੜਾ ਹੈ ਮੁਕਾਬਲਾ ਨਹੀਂ ਕਰ ਸਕਦੀ। ਤੇ ਜਦੋਂ ਦਸਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹਦੇ ਆ ਤੇ ਸਾਹਿਬ ਕਹਿਣ ਲੱਗੇ ਗੁਰੂ ਉਹ ਹੁੰਦਾ ਵਾ ਇੱਕ ਸੂਰਜ ਦੀ ਜਿਹੜਾ ਹੈ ਤਪਸ਼ ਦਿੰਦਾ ਪਿਆ, ਸਾਰੀ ਜਿਹੜਾ ਕਾਇਨਾਤ ਨੂੰ ਤਾਪਦਾ ਪਿਆ, ਫਸਲਾਂ ਬਾੜੀਆਂ ਹਨ ਉਹਨਾਂ ਨੂੰ ਹਰੇ ਭਰੇ ਕਰਦਾ ਪਿਆ, ਉਹਨਾਂ ਨੂੰ ਸੁਕਾ ਕਰਕੇ ਜਿਹੜਾ ਬੀਜ ਪੈਦਾ ਉਹਨਾਂ ਦੇ ਵਿੱਚ ਕਰਦਾ ਪਿਆ ਹੈ। ਤੇ ਉਸ ਦੀ ਜੇ ਕੋਈ ਬੈਠ ਜਾਵੇ, ਜ਼ਿਆਦਾ ਗਰਮੈਸ਼ ਹੋਵੇ ਤੇ ਜਿਹੜੀ ਤਪਸ਼ ਵੀ ਪੈਦਾ ਕਰ ਦਿੰਦਾ ਹੈ, ਗਰਮੈਸ਼ ਵੀ ਜਿਹੜੀ ਅੰਦਰ ਗਰਮੀ ਵੀ ਪੈਦਾ ਕਰ ਦਿੰਦਾ ਹੈ। ਜਿਹੜੇ ਲੋਕ ਕਹਿਣ ਲੱਗੇ ਉਸ ਗਿਆਨ ਤੋਂ ਵਾਂਝੇ ਹਨ, ਜਿਹੜੇ ਵਿਸ਼ਿਆਂ ਵਿਕਾਰਾਂ ਦੇ ਨਾਲ ਭਰੇ ਹੋਏ ਹਨ, ਜਿੱਥੇ ਸੂਰਜ ਦਾ ਕੰਮ ਹੈ ਕਿ ਉਹ ਸਾਰਿਆਂ ਨੂੰ ਰੋਸ਼ਨੀ ਦਿੰਦਾ ਪਿਆ, ਉੱਥੇ ਕਹਿਣ ਲੱਗੇ ਸੂਰਜ ਜਿਹੜੇ ਹਨ ਵਿਕਾਰਾਂ ਨਾਲ ਭਰੇ ਹੋਏ ਨੇ, ਉਹਨਾਂ ਨੂੰ ਤਪਸ਼ ਵੀ ਦਿੰਦਾ ਹੀ, ਉਹਨਾਂ ਨੂੰ ਝਿੜਕਦਾ ਵੀ ਹੈ। ਹੁਣ ਬਿਜਲੀ ਹੈ, ਜਿੱਥੇ ਕੋਈ ਕਰੰਟ ਚੱਲਦਾ ਹੈ, ਜੇ ਕੋਈ ਉਸ ਨੂੰ ਹੱਥ ਲਾ ਲਵੇ, ਹਾਲਾਂਕਿ ਜਿਹੜਾ ਹੈ ਉਸ ਨਾਲ ਹਰ ਇੱਕ ਇਲੈਕਟ੍ਰੋਨਿਕ ਦੀ ਚੀਜ਼ ਚੱਲਦੀ ਹੈ ਪਰ ਉਹ ਝਟਕਾ ਵੀ ਮਾਰਦੀ ਹੈ। ਅਸਲ ਕਰਕੇ ਉਹ ਬਿਜਲੀ ਝਟਕਾ ਤਾਂ ਮਾਰਦੀ ਹੈ ਜਿਹੜਾ ਗੁਰਬਾਣੀ ਵਿੱਚ ਜਿਹੜੇ ਸ਼ਬਦ ਗਏ ਹਨ ਕੋੜੇ ਤਾਂ ਲੱਗਦੇ ਹਨ ਕਿ ਜਿਹੜਾ ਅਜੇ ਉਸ ਬਾਣੀ ਦੇ ਨਾਲ, ਉਸ ਬਿਜਲੀ ਦੇ ਨਾਲ ਸੰਪਰਕ ਨਹੀਂ ਬਣਿਆ ਹੋਇਆ।
जद उस बिजली ने अंदरों सारा ही जिहड़े विकार हन जिन्ना भी खून है वो चूस लिया अपने बराबर कर लिया उस बिजली ने छड्ड देना है। इसे तरह जब गुरु ने जिहड़ा इस दे हिरदे दे विच जिन्ने भी विकार हन जिन्ने भी जिहड़े पाप हन ये कढ दिते ते अपने नाल मना लिया उस वेले इस गुरु ने भी इस नूं छड्ड देना ही। इहदा किया होया झिड़के जिहड़े शब्द हन ये कोड़े लगण तो हट जाणगे क्यों उस वेले भाणे दे विच आ गया है। जब ये भाणे दे विच आ गया जिवें बिजली जिहड़ी खून चूस के छड्ड दित्ती है इसे तरह गुरु ने इस दे अंदरों विकार कढ के इस नूं भी जिहड़ा छड्ड देना है। इस करके संसार दे अंदर गुरु दे बराबर कोई भी चीज नहीं। इत्थे ते कहण लगे जिहड़ा जिहदे अंदर सारा